ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾ, ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬੇਗਨਨ ਕੇ ਨਾਸ਼ਕ, ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਬੰਦੋ ਬਾਰ ਬਾਰ ਜਗਤੀਸਾ। ਗੁਰ ਨਾਨਕ ਪਰਸੋਤਮੰ ਪਰਮ ਪੁਰਾਵਰ ਨਾਥ, ਜੁਗਲ ਚਰਨ ਮਮ ਬੰਦਨਾ, ਦਰ ਪਰ ਦਰ ਕਰ ਮਾਥ। ਜੁਗਲ ਚਰਨ ਮਮ ਬੰਦਨਾ, ਦਰ ਪਰ ਦਰ ਕਰ ਮਾਥ। ਪਰਮ ਸਨਮਾਨਯੋਗ ਜਬਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ, ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਪਿਤਾ ਜੀ, ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਿਕਾਰਯੋਗ ਸਤ ਸੰਗੀ ਜਨੋ ਵਡਭਾਗੇ ਹਾਂ। ਪਾਤਸ਼ਾਹ ਜੀਆਂ ਦੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਦੇ ਸਦਕਾ ਸਜੇ ਹੋਏ ਸੰਧਿਆ ਦੇ ਸਮੇਂ ਦੀਵਾਨਾ ਅੰਦਰ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਪਾਵਨ ਅਸਥਾਨ ਤੋਂ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਵਿੱਚ ਇਕਾਗਰ ਚਿਤ ਕਰਦਿਆਂ ਹੋਇਆ ਅਦਬ ਸਤਿਕਾਰ ਸਹਿਤ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਪ੍ਰਸੰਗ ਦੇ ਵਿੱਚੋਂ ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਸਰਵਣ ਕਰ ਰਹੇ ਸੀ ਕਿ ਮਾਈ ਦਾਸ ਜੋ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪਾਸ ਪਾਵਨ ਅਸਥਾਨ ਗੋਇੰਦਵਾਲ ਸਾਹਿਬ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਹਜ਼ੂਰ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ
ਜਦੋਂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਕਹਿੰਦੇ ਇੰਨਾ ਨੂਰਾਨੀ ਚਿਹਰਾ, ਇਹਦੀਆਂ ਅੱਖਾਂ ਕੋਲੋਂ ਇਹ ਪ੍ਰਕਾਸ਼ ਝੱਲਿਆ ਨਹੀਂ ਗਿਆ। ਅੱਖਾਂ ਬੰਦ ਕੀਤੀਆਂ ਅੱਖਾਂ ਦੇ ਵਿੱਚੋਂ ਉਸੇ ਤਰ੍ਹਾਂ ਇਹਨੂੰ ਸਤਿਗੁਰੂ ਜੀ ਸੰਗਤ ਦੇ ਵਿੱਚ ਸੁਸ਼ੋਭਿਤ ਭਾਵ ਕੇ ਬੈਠੇ ਹੋਏ ਦਿਖਾਈ ਦੇ ਰਹੇ ਨੇ। ਅੱਖਾਂ ਖੋਲੀਆਂ, ਹਜ਼ੂਰ ਵੱਲ ਤੱਕਦਾ ਹੈ। ਮਹਾਰਾਜ ਜੀਆਂ ਨੇ ਆਪਣੇ ਪਾਸ ਬੁਲਾਇਆ, ਬੁਲਾ ਕੇ ਮਾਈ ਦਾਸ ਨੂੰ ਆਪਣੇ ਨਜ਼ਦੀਕ ਬਿਠਾ ਲਿਆ। ਆਪਣੇ ਮਸਤਕ ਨੂੰ ਸਤਿਗੁਰੂ ਜੀਆਂ ਦੇ ਚਰਨਾਂ ਦੇ ਵਿੱਚ ਰੱਖ ਕਰਕੇ ਕਹਿੰਦਾ, ਸਤਿਗੁਰੂ ਜੀ ਕਿਰਪਾ ਕਰੋ, ਮਿਹਰ ਭਰਿਆ ਹੱਥ ਮੇਰੇ ਮਸਤਕ ਤੇ ਭਾਵ ਕੇ ਸਿਰ ਉੱਤੇ ਰੱਖਣਾ ਕਰੋ। ਹਜ਼ੂਰ ਜੀ ਨੇ ਹੱਥ ਰੱਖਿਆ। ਸਤਿਗੁਰੂ ਜੀ ਦੀ ਉਪਮਾ ਦੇ ਵਿੱਚ ਇਹਨੇ ਸ਼ਬਦ ਕਹੇ, ਹੁਣ ਸ਼ੋਭਾ ਵਡਿਆਈ ਗਾ ਰਿਹਾ ਹੈ ਕਿ ਤੁਹਾਡੇ ਵਰਗਾ ਕੋਈ ਦਇਆਲ ਨਹੀਂ ਜੋ ਦੀਨਾਂ ਤੇ ਵੀ ਕਿਰਪਾ ਕਰਦਾ ਏ, ਗਰੀਬਾਂ ਤੇ ਵੀ ਕਿਰਪਾ ਕਰਦਾ ਏ। ਤੁਸੀਂ ਅਗਾਧ ਬੋਧ, ਤੁਹਾਡੀ ਮਹਿਮਾ, ਤੁਹਾਡੀ ਵਡਿਆਈ ਜਿੰਨੀ ਹੋਵੇ ਓਨੀ ਘੱਟ ਹੈ। ਤੁਸੀਂ ਹੀ ਸੰਸਾਰ ਨੂੰ ਪੈਦਾ ਕਰਨ ਵਾਲੇ, ਪਾਲਣ ਵਾਲੇ ਤੇ ਸੰਘਾਰਨ ਵਾਲੇ ਭਾਵ ਕੇ ਮਾਰਨ ਵਾਲੇ ਵੀ ਆਪ ਹੀ ਹੋ। ਆਓ ਇਸ ਤੋਂ ਅਗਲੀ ਵਿਚਾਰ ਕਵੀ ਜੀ ਇਸ ਤਰ੍ਹਾਂ ਬਿਆਨ ਕਰ ਰਹੇ ਨੇ। ਲਖੈ ਨਾਹਿ ਕੋਈ ਅਕਾਰੰ ਕਿਤੋ ਹੈ, ਤੂੰ ਹੀ ਆਪ ਜਾਣੇ ਗਤੀ ਮੈਂ ਜਿਤੋ ਹੈ। ਇਹ ਕਹਿ ਰਿਹਾ ਕਿ ਕੋਈ ਤੁਹਾਡੇ ਆਕਾਰ ਦੇ ਬਾਰੇ ਜਾਣ ਨਹੀਂ ਸਕਦਾ। ਜਿਵੇਂ ਸਾਡਾ ਸਰੀਰ ਹੈ, ਇਸ ਆਕਾਰ ਨੂੰ, ਇਸ ਸਰੀਰ ਨੂੰ ਮਾਪਿਆ ਜਾ ਸਕਦਾ ਹੈ, ਕਿਉਂਕਿ ਇਹਨੂੰ ਦੋ ਹਿੱਸਿਆਂ ਦੇ ਵਿੱਚ ਆਪਾਂ ਕਰ ਲੈਂਦੇ ਹਾਂ। ਉਚਾਈ ਕਿੰਨੀ, ਲੰਬਾਈ ਹੈ ਤੇ ਕਿੰਨਾ ਭਾਰ ਹੈ। ਲੱਕੜ ਨੂੰ ਅਸੀਂ ਜੇਕਰ ਮਾਪਣਾ ਹੋਵੇ, ਉਹਦੀ ਲੰਬਾਈ ਤੇ ਚੌੜਾਈ ਮਿਣੀਦੀ ਹੈ। ਸਰੀਰ ਕਿੰਨੀ ਲੰਬਾਈ ਹੈ, ਕਿੰਨੇ ਫੁੱਟ ਦਾ ਹੈ, ਉਹ ਤੋਂ ਬਾਅਦ ਆ ਜਾਵੇਗਾ ਭਾਰ ਦੀ ਗੱਲ ਕਿ ਇਨਸਾਨ ਦਾ ਭਾਰ ਕਿੰਨਾ ਹੈ। ਹੁਣ ਇੱਥੇ ਇਹ ਕਹਿ ਰਿਹਾ ਲਖੈ ਨਾਹਿ ਕੋਈ ਅਕਾਰੰ ਕਿਤੋਂ ਹੈ। ਇੱਥੇ ਸਰੀਰ ਦੀ ਗੱਲ ਨਹੀਂ ਕੀਤੀ, ਇੱਥੇ ਮਹਾਰਾਜ ਜੀਆਂ ਦੀ ਸ਼ੋਭਾ ਦੀ ਗੱਲ ਕੀਤੀ ਹੈ। ਕਹਿੰਦੇ ਤੁਹਾਡਾ ਆਕਾਰ ਕੋਈ ਨਹੀਂ ਜਾਣ ਸਕਦਾ ਕਿ ਕਿੰਨੇ ਬੇਅੰਤਤਾ ਵਾਲਾ ਹੈ, ਭਾਵ ਕਿ ਕਿੰਨੇ ਬੇਅੰਤ ਹੋ ਤੁਸੀਂ। ਇਸ ਕਰਕੇ ਤੂੰ ਹੀ ਆਪ ਜਾਣੇ ਗਤੀ ਮੈਂ ਜਿਤੋ ਹੈ, ਤੁਸੀਂ ਆਪਣੇ ਬਾਰੇ ਆਪ ਹੀ ਜਾਣਦੇ ਹੋ, ਭਾਵ ਕਿ ਤੁਹਾਨੂੰ ਆਪਣੇ ਬਾਰੇ ਆਪ ਹੀ ਖੁਦ ਪਤਾ ਹੈ। ਰਚੇ ਪੰਚ ਭੂਤੰ ਰਿਖੀ ਕੇ ਸਾਰੀ, ਕਹਿੰਦੇ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ, ਸ੍ਰਿਸ਼ਟੀ ਦੇ ਵਿੱਚ ਰਹਿ ਰਿਹਾ ਜੋ ਇਨਸਾਨ ਹੈ, ਇਹ ਪੰਜਾਂ ਤੱਤਾਂ ਤੋਂ ਬਣਿਆ ਹੈ। ਆਪਾਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ। ਕਰੀ ਖਾਨ ਚਾਰੀ ਅਨੇਕੇ ਪ੍ਰਕਾਰੀ, ਚਾਰ ਖਾਣੀਆਂ ਅਸੀਂ ਮੰਨੀਆਂ ਨੇ। ਇਹਨਾਂ ਦੇ ਵਿੱਚ ਆਂਡੇ ਤੋਂ ਪੈਦਾ ਹੋਣ ਵਾਲੇ, ਜੇਰ ਤੋਂ ਪੈਦਾ ਹੋਣ ਵਾਲੇ, ਉਤਪੁਜ ਭਾਵ ਕਿ ਇਸ ਧਰਤੀ ਤੋਂ ਪੈਦਾ ਹੋਣ ਵਾਲੇ ਜਾਨਵਰ। ਚੌਪਈ ਸਾਹਿਬ ਦੇ ਵਿੱਚ ਵੀ ਇਹਨਾਂ ਦਾ ਜ਼ਿਕਰ ਆਇਆ ਹੈ। ਕਹਿੰਦੇ ਇਹ ਪੰਜਾਂ ਤੱਤਾਂ ਦਾ ਸਰੀਰ ਜਿਹੜਾ ਬਣਿਆ ਹੈ, ਭਾਵ ਕਿ ਇਹ ਚਾਰੇ ਖਾਣੀਆਂ ਤੋਂ ਵੱਖ-ਵੱਖ ਖਾਣੀਆਂ, ਕੋਈ ਆਂਡੇ ਤੋਂ ਪੈਦਾ ਹੋ ਰਿਹਾ ਹੈ, ਕੋਈ ਜੇਰ ਦੇ ਰਾਹੀਂ ਪੈਦਾ ਹੋ ਰਿਹਾ ਹੈ, ਕੋਈ ਪਸੀਨੇ ਦੇ ਰਾਹੀਂ ਪੈਦਾ ਹੋ ਰਿਹਾ ਹੈ। ਜਦੋਂ ਆਪਾਂ ਆਮ ਕਰਕੇ ਖੇਤਾਂ ਦੇ ਵਿੱਚ ਦੇਖਦੇ ਆ ਨਾ, ਜ਼ਮੀਨ ਦੇ ਵਿੱਚੋਂ ਜਿਹੜੇ ਨੇ ਕੁਝ ਕੀੜੇ ਉਹ ਬਾਹਰ ਨੂੰ ਆ ਰਹੇ ਹੁੰਦੇ ਨੇ, ਭਾਵ ਕਿ ਜ਼ਮੀਨ ਨੂੰ, ਉਸ ਮਿੱਟੀ ਨੂੰ ਥੋੜ੍ਹਾ ਜਿਹਾ ਪਰਾਂ ਕਰਦੇ ਆ, ਉਹ ਅਲੱਗ ਹੀ ਮਿੱਟੀ ਜਿਹੜੀ ਉੱਪਰ ਨੂੰ ਆਈ ਹੈ, ਉਹਨੂੰ ਪਰਾਂ ਕਰਦੇ ਆ, ਉਹਦੇ ਥੱਲਿਓਂ ਕੀੜੇ ਨਿਕਲਦੇ ਨੇ, ਭਾਵ ਕਿ ਉਹ ਜ਼ਮੀਨ ਦੇ ਪਸੀਨੇ ਦੇ ਵਿੱਚੋਂ, ਭਾਵ ਕਿ ਜ਼ਮੀਨ ਸਿੱਲੀ ਹੈ, ਉਸ ਸਿੱਲੀ ਹੋਈ ਜ਼ਮੀਨ ਦੇ ਵਿੱਚੋਂ ਉਹਨਾਂ ਦੀ ਪੈਦਾਇਸ਼ ਹੋਈ ਹੈ। ਕਹਿੰਦੇ ਪੰਜ ਤੱਤਾਂ ਦਾ ਇਹ ਸਰੀਰ ਜਿਹੜਾ ਹੈ, ਤੇ ਇਹ ਚਾਰ ਖਾਣੀਆਂ ਅਨੇਕੇ ਪ੍ਰਕਾਰੀ, ਇਹ ਚਵਾਂ ਖਾਣੀਆਂ ਦੇ ਵਿੱਚੋਂ ਕਹਿੰਦੇ ਅਨੇਕ ਹੀ ਤਰ੍ਹਾਂ ਦੇ ਭਾਵ ਇਹਨਾਂ ਚਾਰਾਂ ਖਾਣੀਆਂ ਦੇ ਵਿੱਚੋਂ ਕਈ ਜੀਵ ਜੰਤੂ ਜਿਹੜੇ, ਮਨੁੱਖ ਜਿਹੜੇ ਉਹ ਪੈਦਾ ਹੋਏ ਨੇ। ਕਿਰਪਾ ਧਾਰ ਜਾਂ ਕੋ ਕਰੋ ਦਾਨ ਨਾਮੰ, ਰਟੇ ਨੀਤ ਸੋਈ ਪਰੈ ਤੋਹਿ ਸਾਮੰ। ਹੇ ਕਿਰਪਾ ਦੇ ਖਜ਼ਾਨੇ,
ਧੰਨ ਗੁਰੂ ਅਮਰਦਾਸ ਦਾਤਾਰ ਪਿਤਾ ਜੀਓ, ਆਪ ਜਿਸ ਤੇ ਵੀ ਕਿਰਪਾ ਕਰ ਦਿੰਦੇ ਹੋ, ਕਰੋ ਦਾਨ ਨਾਮੰ, ਕਰੋ ਕਿਰਪਾ। ਨਾਮ ਦੀ ਜਿਹੜੀ ਦਾਤ ਹੈ ਉਹ ਸਾਰਿਆਂ ਨੂੰ ਦੇਣੀ ਕਰੋ, ਬਖਸ਼ਿਸ਼ ਕਰਨੀ ਕਰੋ। ਰਟੇ ਨੀਤ ਸੋਈ ਪਰੇ ਤੋਹਿ ਸਾਮੰ, ਉਹੀ ਤੁਹਾਡਾ ਨਾਮ ਹਮੇਸ਼ਾ ਜਪਦਾ ਏ। ਤੁਹਾਡੀ ਸ਼ਰਨ ਦੇ ਵਿੱਚ ਆਉਣ ਵਾਲਾ, ਤੁਹਾਡੇ ਪਾਸ ਬਹਿਣ ਵਾਲਾ, ਇਹ ਨਹੀਂ ਕਿ ਇਕੱਲਾ ਆ ਕੇ ਬਹਿ ਕੇ ਚਲਿਆ ਜਾਂਦਾ ਏ। ਤੁਹਾਡੇ ਦੁਆਰਾ ਦਿੱਤੇ ਹੋਏ ਉਪਦੇਸ਼ ਨੂੰ, ਇੱਕ ਇੱਕ ਬਚਨ ਨੂੰ ਇੱਥੇ ਬਹਿਣ ਵਾਲਾ, ਉਹ ਹਮੇਸ਼ਾ ਹੀ ਆਪਣੇ ਸੀਨੇ ਦੇ ਵਿੱਚ, ਆਪਣੇ ਮਨ ਦੇ ਵਿੱਚ ਇਹਨਾਂ ਬਚਨਾਂ ਨੂੰ ਪਰੋ ਕੇ ਰੱਖਦਾ ਏ। ਇਹਨਾਂ ਬਚਨਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਉਹ ਬਤੀਤ ਕਰਨਾ ਚਾਹੁੰਦਾ ਹੈ। ਤਜੈ ਦੇਹ ਹੰਤਾ ਲਖੈ ਸੋ ਨਿਰਾਲਾ, ਲੱਗੈ ਮੀਠ ਭਾਣਾ ਰਹੰਤੋ ਸੁਖਾਲਾ। ਹੁਣ ਕਹਿੰਦੇ ਤਜੈ ਦੇਹ ਹੰਤਾ, ਜਿਹਦੇ ਅੰਦਰ ਮਹਾਰਾਜ ਜੀ ਦਾ ਭਾਵ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਕਹਿੰਦੇ ਪ੍ਰਕਾਸ਼ ਹੋ ਗਿਆ, ਨਾਮ ਨੂੰ ਅੰਦਰ ਸਮੋ ਲਿਆ, ਉਹਦੇ ਅੰਦਰੋਂ ਹੰਤਾ ਭਾਵ ਕਿ ਹੰਕਾਰ ਹਉਮੈ ਉਹ ਖਤਮ ਹੋ ਗਈ। ਲਖੇ ਸੋ ਨਿਰਾਲਾ, ਉਹ ਨਿਰਾਲਾ ਹੈ ਭਾਵ ਉਹਦਾ ਵੇਖਣ ਦਾ ਜਾਂ ਉਹਦਾ ਚੱਲਣ ਦਾ ਜਾਂ ਸੰਸਾਰ ਦੇ ਵਿੱਚ ਵਿਚਰਨ ਦਾ ਉਹਦਾ ਇੱਕ ਨਿਰਾਲਾ ਹੀ ਭਾਵ ਉਹਦਾ ਰੂਪ ਹੋ ਜਾਂਦਾ ਹੈ। ਉਹ ਸਾਰਿਆਂ ਤੋਂ ਵੱਖ ਹੀ ਦਿੰਦਾ ਹੈ। ਉਹਦੇ ਬਚਨ ਜਿਹੜੇ ਨੇ, ਉਹਦੇ ਬੋਲ ਜਿਹੜੇ ਨੇ, ਉਹ ਸਾਰਿਆਂ ਤੋਂ ਅਲੱਗ ਹੋ ਜਾਂਦੇ ਨੇ। ਕਿਉਂ? ਕਿਉਂਕਿ ਉਹਦੇ ਅੰਦਰ ਹਲੇਮੀ ਆ ਗਈ, ਉਹਦੇ ਅੰਦਰ ਨਿਮਰਤਾ ਆ ਗਈ, ਉਹਦੇ ਅੰਦਰ ਸੰਤੋਖ ਆ ਗਿਆ, ਉਹਦੇ ਅੰਦਰ ਦਇਆ ਆ ਗਈ। ਜਿਹਦੇ ਅੰਦਰ ਇੰਨੀਆਂ ਚੀਜ਼ਾਂ ਆ ਜਾਣ, ਕਹਿੰਦੇ ਫਿਰ ਉਹ ਨਿਰਾਲਾ ਦਿਸਦਾ ਹੈ। ਨਿਰਾਲੇ ਤੋਂ ਭਾਵ ਕਿ ਉਹ ਮਨ ਕਰਕੇ, ਬਚਨਾ ਕਰਕੇ ਤੇ ਕਰਮ ਕਰਕੇ ਉਹ ਕਹਿੰਦੇ ਨੇ ਕਿ ਫਿਰ ਗੁਰੂ ਦੇ ਆਸ਼ੇ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਬਤੀਤ ਕਰਦਾ ਹੈ। ਲੱਗੈ ਮੀਠ ਭਾਣਾ ਰਹੰਤੋ ਸੁਖਾਲਾ। ਹੁਣ ਕਹਿੰਦੇ ਇਹ ਨਹੀਂ ਕਿ ਉਹ ਆਪਣੇ ਭਾਣੇ ਦੇ ਵਿੱਚ ਚੱਲਦਾ ਹੈ, ਭਾਵ ਕਿ ਜਿਵੇਂ ਉਹਨੂੰ ਠੀਕ ਲੱਗਦਾ ਹੈ। ਜੇਕਰ ਉਹਦੇ ਸਰੀਰ ਤੇ ਦੁੱਖ ਆਉਂਦਾ ਹੈ ਉਹ ਤਾਂ ਵੀ ਸ਼ੁਕਰਾਨਾ, ਸੁੱਖ ਆਉਂਦਾ ਹੈ ਤਾਂ ਵੀ ਸ਼ੁਕਰਾਨਾ। ਕਹਿੰਦੇ ਦੁੱਖ ਦੇ ਵੇਲੇ ਇਹ ਨਹੀਂ ਕਿ ਪ੍ਰਮਾਤਮਾ ਨੂੰ ਉਲਾਮੇ ਦਿੰਦਾ ਹੈ। ਕਈ ਐਸੇ ਵੀ ਵਿਅਕਤੀ ਹਨ ਕਿ ਜਦੋਂ ਸਰੀਰ ਤੇ ਥੋੜਾ ਜਿਹਾ ਦੁੱਖ ਆਵੇ ਫਿਰ ਉਹ ਪ੍ਰਮਾਤਮਾ ਨੂੰ ਹੀ ਕੋਸਣ ਲੱਗ ਪੈਂਦੇ ਨੇ। ਜਦੋਂ ਸੁੱਖ ਆਉਂਦਾ ਹੈ ਫਿਰ ਕਹਿੰਦੇ ਇਹ ਸੁੱਖ ਤੇ ਸਾਡੇ ਕਰਕੇ ਆਇਆ ਹੈ। ਇਹ ਸੁੱਖ ਇਹ ਜਿਵੇਂ ਸਾਡੀ ਜ਼ਿੰਦਗੀ ਦੇ ਵਿੱਚ ਹੈ, ਭਾਵ ਕਿ ਇਹਦਾ ਜੋ ਸਾਡੇ ਪਾਸ ਅੱਜ ਆਇਆ ਹੈ, ਇਹ ਕਰਨਹਾਰ ਜਾਂ ਇਹ ਸੁੱਖ ਦਾ ਆਉਣ ਦਾ ਕਾਰਨ ਅਸੀਂ ਆਪ ਖੁਦ ਆ। ਦੁੱਖ ਵੇਲੇ ਕਿਸੇ ਹੋਰ ਨੂੰ ਉਲਾਮਾ, ਸੁੱਖ ਵੇਲੇ ਕਹਿੰਦੇ ਨੇ ਕਿ ਇਹ ਆਪਣੇ ਆਪ ਤੇ ਲੈ ਆਉਂਦਾ ਹੈ ਕਿ ਸਾਰਾ ਕੁਝ ਜੇ ਮੇਰੇ ਪਾਸ ਹੈ ਇਹ ਮੇਰਾ ਏ, ਸੁੱਖ ਦੇ ਵਿੱਚ ਬੈਠਾ ਏ ਮੇਰਾ ਏ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦਾ ਆਪ ਜੀ ਚੰਗੀ ਤਰ੍ਹਾਂ ਸ਼ਬਦ ਜਾਣਦੇ ਹੋ। ਹਜ਼ੂਰ ਜੀ ਨੇ ਬਚਨ ਕਰੇ ਨੇ, ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਔਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਇੱਥੇ ਹੀ ਬਸ ਨਹੀਂ, ਨਹਿ ਨਿੰਦਿਆ ਨਹਿ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰਾ, ਨਾਹਿਨ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ। ਹੁਣ ਇੱਥੇ ਸਮਝਣ ਵਾਲੀ ਗੱਲ ਹੈ, ਕਹਿੰਦੇ ਕਿ ਲੱਗੈ ਮੀਠ ਭਾਣਾ, ਉਹ ਭਾਣੇ ਨੂੰ ਮਿੱਠਾ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਂਦੇ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦਾ ਜਦੋਂ ਇਤਿਹਾਸ ਪੜ੍ਹਦੇ ਆ, ਭਾਵੇਂ ਕਿ ਉਹ ਤਵੀ ਦੇ ਉੱਤੇ, ਲੋਹ ਦੇ ਉੱਤੇ ਬਿਠਾਇਆ ਜਾ ਰਿਹਾ ਹੈ, ਤਾਂ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਹੋ ਰਿਹਾ ਹੈ। ਭਾਈ ਮਨੀ ਸਿੰਘ ਜੀ ਦਾ ਬੰਦ ਕੱਟਿਆ ਜਾ ਰਿਹਾ ਹੈ, ਤਾਂ ਵੀ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਸ਼ੁਕਰਾਨਾ ਹੋ ਰਿਹਾ ਹੈ। ਖੋਪਰੀ ਭਾਈ ਤਾਰੂ ਸਿੰਘ ਦੀ ਲੱਥ ਰਹੀ ਹੈ, ਤਾਂ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਹੋ ਰਿਹਾ ਕਿ ਪ੍ਰਮਾਤਮਾ ਤੇਰਾ ਸ਼ੁਕਰ ਹੈ। ਕਿਸ ਕਰਕੇ? ਸਿੱਖੀ ਬਖਸ਼ੀ ਸੀ, ਕੇਸਾਂ ਤੇ ਸੁਆਸਾਂ ਸੰਗ ਨਿਭ ਰਹੀ ਹੈ। ਇਸ ਕਰਕੇ ਕਹਿੰਦੇ ਕਿ ਲੱਗੈ ਮੀਠ ਭਾਣਾ। ਇਸ ਤਰ੍ਹਾਂ ਦੇ ਜਗਿਆਸੂ ਪ੍ਰਮਾਤਮਾ ਦੇ ਭਗਤ, ਉਹਨਾਂ ਨੂੰ ਭਾਣਾ ਮਿੱਠਾ ਲੱਗਦਾ ਹੈ। ਦੁੱਖ ਦੇ ਵਿੱਚ ਵੀ, ਸੁੱਖ ਦੇ ਵਿੱਚ ਵੀ ਕਹਿੰਦੇ ਉਹ ਇਸ ਚੀਜ਼ ਨੂੰ
ਸਵੀਕਾਰ ਕਰ ਲੈਂਦੇ ਨੇ, ਭਾਣੇ ਨੂੰ ਮੰਨ ਲੈਂਦੇ ਨੇ। ਰਹੰਤੋ ਸੁਖਾਲਾ, ਕਹਿੰਦੇ ਅਸਲ ਦੇ ਵਿੱਚ ਸੁਖਾਲਾ ਉਹੀ ਹੈ, ਸੌਖਾ ਉਹੀ ਹੈ ਜਿਹਦੇ ਪਾਸ ਇਹ ਬਖਸ਼ਿਸ਼ ਆ ਗਈ ਹੈ। ਲਗੈ ਮੀਤ ਤੋਹੀ ਸਰੈ ਕਾਜ ਸਾਰੇ, ਅਨੇਕ ਅੰਕਾਰ ਮੈਂ ਏਕ ਤੂੰ ਹੀ ਨਿਹਾਰੇ। ਕਹਿੰਦੇ ਜੋ ਆਪ ਜੀ ਨੂੰ ਮਿੱਤਰ ਸਮਝ ਲੈਂਦਾ ਏ, ਜੋ ਆਪ ਜੀ ਨੂੰ ਸੱਜਣ ਸਮਝ ਲੈਂਦਾ ਏ, ਸੰਸਾਰੀ ਮਿੱਤਰ ਨਹੀਂ, ਸੰਸਾਰੀ ਦੋਸਤ ਨਹੀਂ, ਕਿਉਂਕਿ ਕਈ ਸੰਸਾਰੀ ਦੋਸਤ ਜਾਂ ਮਿੱਤਰ ਜਾਂ ਰਿਸ਼ਤੇਦਾਰ ਇਸ ਤਰ੍ਹਾਂ ਦੇ ਹੁੰਦੇ ਨੇ, ਅੱਗੋਂ ਪਿੱਛੋਂ ਆਖਣਗੇ ਕਿ ਅਸੀਂ ਤੁਹਾਡੇ ਨਾਲ ਆ, ਜਦੋਂ ਸਿਰ ਤੇ ਆਣ ਬਣਦੀ ਏ ਫਿਰ ਉਸ ਸਮੇਂ ਬਾਂਹ ਫੜਨ ਵਾਲਾ ਕੋਈ ਨਹੀਂ ਹੁੰਦਾ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਾਬਤ ਇਹ ਕਹਿ ਰਿਹਾ, ਲੱਗੈ ਮੀਤ ਤੋਹੀ ਸਰੈ ਕਾਜ ਸਾਰੇ। ਜੋ ਤੁਹਾਨੂੰ ਮਿੱਤਰ ਬਣਾ ਲੈਂਦਾ ਹੈ, ਸੱਜਣ ਬਣਾ ਲੈਂਦਾ ਹੈ, ਸਰੈ ਕਾਜ ਸਾਰੇ, ਭਾਵ ਕਿ ਉਹਦੇ ਸਾਰੇ ਕਾਰਜ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੁਹਾਡੀ ਕਿਰਪਾ ਦੇ ਸਦਕਾ ਉਹਦੇ ਕਾਰਜ ਸਵਾਰੇ ਜਾਂਦੇ ਨੇ। ਬਾਬਾ ਧੰਨਾ ਜੀ ਨੇ, ਭਗਤ ਧੰਨਾ ਜੀ ਨੇ ਵੀ ਇਹੀ ਬੇਨਤੀ ਕੀਤੀ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ, ਤਿਨ ਕੇ ਕਾਜ ਸਵਾਰਤਾ। ਕਹਿੰਦੇ ਉਹਨਾਂ ਦੇ ਪ੍ਰਮਾਤਮਾ ਅਕਾਲ ਪੁਰਖ ਕਾਰਜਾਂ ਨੂੰ ਸਵਾਰਦਾ, ਜੋ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਨੇ, ਪ੍ਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੇ ਨੇ। ਪਰਮਾਤਮਾ ਕਦੇ ਕਿਸੇ ਦਾ ਬੁਰਾ ਨਹੀਂ ਚਾਹੁੰਦਾ, ਭਾਵੇਂ ਉਹ ਆਸਤਕ ਹੋਵੇ ਜਾਂ ਨਾਸਤਕ ਹੋਵੇ, ਉਹ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਦੇ ਨਾਲ ਵੇਖਦਾ ਏ, ਸਾਰਿਆਂ ਨੂੰ ਇੱਕ ਨਿਗਾਹ ਦੇ ਨਾਲ ਵੇਖਦਾ ਏ। ਅਨੇਕਾਂ ਮੈਂ ਏਕ ਤੋ ਹੀ ਨਿਹਾਰੇ, ਭਾਵ ਕਿ ਇਹ ਸਾਰੇ ਕਾਰਜਾਂ ਨੂੰ ਕਹਿੰਦੇ ਨੇ ਨਿਹਾਰਨ ਵਾਲਾ, ਕਾਰਜ ਪੂਰੇ ਕਰਨ ਵਾਲਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੁਸੀਂ ਹੀ ਹੋ। ਤੋਹੀ ਦੀਨ ਬੰਧੂ ਦਇਆ ਸਿੰਧ ਸੁਆਮੀ, ਉਧਾਰੈ ਲਖੈ ਦਾਸ ਪ੍ਰੇਮੀ ਆਕਾਮੀ। ਕਹਿੰਦੇ ਤੁਸੀਂ ਹੀ ਦੀਨਾਂ ਦੇ ਬੰਧੂ, ਭਾਵ ਗਰੀਬਾਂ ਦੇ ਉੱਤੇ ਦਇਆ ਕਰਨ ਵਾਲੇ ਤੁਸੀਂ ਹੀ ਹੋ, ਤੇ ਤੁਸੀਂ ਇਹੀ ਹੋ ਭਾਵ ਕਿ ਉਧਾਰੈ ਲਖੈ ਦਾਸ ਪ੍ਰੇਮੀ ਆਕਾਮੀ। ਤੁਸੀਂ ਹੀ ਆਪਣੇ ਆਪ ਨੂੰ ਭਾਵ ਕਿ ਨਿਸ਼ਕਾਮ, ਭਾਵ ਕਿ ਬਿਨਾਂ ਕਿਸੇ ਲਾਭ ਤੋਂ, ਜਾਂ ਕਹਿੰਦੇ ਨੇ ਕਿ ਬਿਨਾਂ ਕਿਸੇ ਪ੍ਰੋਫਿਟ ਤੋਂ, ਅੱਜ ਕਿਸੇ ਨੂੰ ਕਹੀਏ ਨਾ ਕਿ ਇਹ ਕੰਮ ਇੰਨੇ ਚਿਰ ਦੇ ਵਿੱਚ ਕਰਨਾ ਹੈ, ਉਹ ਪਹਿਲਾਂ ਇਹ ਸੋਚੇਗਾ ਕਿ ਇਹਦੇ ਵਿੱਚੋਂ ਮੈਨੂੰ ਪ੍ਰੋਫਿਟ ਕੀ ਹੋਵੇਗਾ, ਇਹਦੇ ਵਿੱਚੋਂ ਮੈਨੂੰ ਲਾਭ ਕੀ ਹੋਵੇਗਾ, ਫੇਰ ਕਰਾਂਗਾ। ਪਰ ਕਹਿੰਦੇ ਨੇ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮਾਈ ਦਾਸ ਕਹਿ ਰਿਹਾ, ਤੁਸੀਂ ਨਿਸ਼ਕਾਮ ਹੋ। ਇਹ ਨਿਸ਼ਕਾਮ ਲਫ਼ਜ਼ ਵੈਸੇ ਹੈ ਬੜਾ ਵਿਸ਼ਾਲ ਸੀ, ਇਹਦੇ ਅਰਥ ਸੰਕੋਚ ਕੇ ਇਹਨੂੰ ਥੋੜੇ ਜਿਹੇ ਅਰਥਾਂ ਦੇ ਵਿੱਚ ਇਹਨੂੰ ਢੱਕ ਦਿੱਤਾ, ਨਿਸ਼ਕਾਮ ਬਿਨਾਂ ਕਿਸੇ ਸਵਾਰਥ ਤੋਂ। ਅਸਲ ਦੇ ਵਿੱਚ ਹੁਣ ਜੇਕਰ ਭਗਤ ਧੰਨਾ ਜੀ ਦਾ ਹੀ ਆਪਾਂ ਸ਼ਬਦ ਪੜ੍ਹਦੇ ਹਾਂ, ਜੋ ਸਾਰੀ ਵਿਥਿਆ ਸਾਰੇ ਸੰਸਾਰ ਦੇ ਵਿੱਚ ਉਹਨਾਂ ਦਾ ਇਹ ਸ਼ਬਦ ਗਾਇਆ ਜਾਂਦਾ ਹੈ, ਉਹ ਪ੍ਰਮਾਤਮਾ ਦੀ ਭਗਤੀ ਕਰਦੇ ਕੀ ਨਿਸ਼ਕਾਮ ਹੋ ਕੇ ਕਰਦੇ ਸੀ। ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕੀ ਚੀਜ਼ ਮੈਨੂੰ ਚਾਹੀਦੀ ਹੈ। ਇੱਥੇ ਕਹਿ ਰਹੇ ਨੇ ਕਿ ਉਧਾਰੈ ਲਖੈ ਦਾਸ ਪ੍ਰੇਮੀ ਆਕਾਰੈ, ਭਾਵ ਕਿ ਤੁਸੀਂ ਆਪਣੇ ਸੇਵਕਾਂ ਨੂੰ, ਪ੍ਰੇਮੀਆਂ ਨੂੰ ਦਲਦਲ ਦੇ ਵਿੱਚੋਂ, ਇਸ ਭਵਜਲ ਰੂਪੀ ਦਲਦਲ ਦੇ ਵਿੱਚੋਂ ਤੁਸੀਂ ਆਪ ਉਭਾਰ ਲੈਂਦੇ ਹੋ, ਆਪ ਕੱਢ ਲੈਂਦੇ ਹੋ, ਉਹਨਾਂ ਦਾ ਉਧਾਰ ਕਰਦੇ ਹੋ। ਮਹਾਰਾਜ ਰਾਜਾ ਪ੍ਰਤਾਪੰ ਵਿਚਾਰੈ, ਤੁਹੀ ਸਰਬ ਕੇ ਸੀਸ ਪੈ ਏਕ ਸਾਜੈ। ਹੁਣ ਕਹਿੰਦੇ ਇੱਕ ਹੁੰਦਾ ਏ ਰਾਜਾ, ਕਿਉਂਕਿ ਜਦੋਂ ਮੰਤਰੀਆਂ ਦੀ ਸਭਾ ਲੱਗਦੀ ਹੈ ਨਾ, ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ, ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਦੂਜੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮਿਲਦਾ ਹੈ, ਉਹਨਾਂ ਦੀ ਬੈਠਕ ਦੇ ਵਿੱਚ ਸਿਰਫ ਸਾਈਨ ਚੱਲਦੇ ਨੇ, ਸਾਈਨ, ਜਾਂ ਫਿਰ ਉਹ ਟੇਬਲ ਤੇ ਚਾਹ ਦਾ ਕੱਪ ਸ਼ੇਅਰ ਕਰਦੇ ਨੇ, ਇੱਕ ਦੂਜੇ ਦੇ ਨਾਲ ਪੀਂਦੇ ਨੇ, ਇਹ ਤੋਂ ਵੱਧ ਉਹ ਗੱਲ ਨਹੀਂ ਕਰਦੇ। ਜਿਹੜੇ ਸਾਈਨ ਪਹਿਲਾਂ ਹੁੰਦੇ ਨੇ, ਭਾਵ ਕਿ ਸਾਈਨ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਪ੍ਰਧਾਨ ਮੰਤਰੀ ਜਿਵੇਂ ਹੈ, ਇਹਨਾਂ ਦੇ ਥੱਲੇ ਅਹੁਦਿਆਂ ਤੇ ਕੰਮ ਕਰਨ ਵਾਲੇ ਮੰਤਰੀ ਲਾ ਲਓ, ਉਹ ਦੋਵਾਂ ਦੇਸ਼ਾਂ ਦੇ ਵਿੱਚ ਜੋ ਸਮਝੌਤਾ ਹੋਣਾ ਹੁੰਦਾ ਏ, ਉਹ ਦਸਤਾਵੇਜ਼
ਇੱਕ ਦੂਜੇ ਦੇ ਨਾਲ ਸਾਰੀ ਪੜ੍ਹਤ ਜਿਹੜੀ ਹੈ ਉਹ ਕਰਦੇ ਨੇ। ਉਹ ਸਾਰੇ ਉਸ ਦਸਤਾਵੇਜ਼ ਨੂੰ ਭਾਵ ਕਿ ਉਹ ਸਾਰੇ ਪੇਪਰਾਂ ਨੂੰ ਪਹਿਲਾਂ ਉਹ ਪੜ੍ਹਦੇ ਨੇ। ਉਹਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਮੰਗਾਂ ਰੱਖੀਆਂ ਹੁੰਦੀਆਂ ਨੇ ਕਿ ਸਾਡੀ ਇਹ ਮੰਗ ਹੈ, ਤੁਹਾਡੀ ਜੋ ਹੈਗੀ ਤੁਸੀਂ ਦੱਸ ਦਿਓ, ਦੂਜੇ ਦੇਸ਼ ਵਾਲਾ ਫਿਰ ਦੱਸਦਾ ਹੈ। ਹੁਣ ਪ੍ਰਧਾਨ ਮੰਤਰੀ ਦਾ ਕੰਮ ਕੀ ਹੈ ਕਿ ਉਹਨੇ ਦੂਜੇ ਮੰਤਰੀ ਦੇ ਨਾਲ, ਦੂਜੇ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਮੰਗਾਂ ਸਾਰੀਆਂ ਉਹਨੂੰ ਪਤਾ ਹੁੰਦੀਆਂ ਨੇ, ਬਸ ਉਹਨੇ ਸਾਈਨ ਕਰਨੇ ਹੁੰਦੇ ਨੇ ਕਿ ਹਾਂ ਸਾਨੂੰ ਤੁਹਾਡੀਆਂ ਮੰਗਾਂ ਮਨਜ਼ੂਰ ਹੈ, ਜੇ ਸਾਡੀਆਂ ਮੰਗਾਂ ਹੈ ਉਹ ਤੁਸੀਂ ਮਨਜ਼ੂਰ ਕਰ ਲਓ। ਇਵੇਂ ਹੀ ਕਹਿੰਦੇ ਨੇ ਜਿਵੇਂ ਮੰਤਰੀਆਂ ਦੇ ਸਿਰ ਤੇ ਪ੍ਰਧਾਨ ਮੰਤਰੀ ਹੈ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਤੁਹਾਡੀ ਸੋਭਾ ਇਵੇਂ ਹੈ ਜਿਵੇਂ ਰਾਜਿਆਂ ਦੇ ਸਿਰ ਤੇ ਮਹਾਰਾਜਾ ਹੁੰਦਾ ਹੈ, ਭਾਵ ਸਾਰੇ ਵਜ਼ੀਰ ਬੈਠੇ ਹੋਣ ਤੇ ਵਜ਼ੀਰਾਂ ਦੇ ਉੱਤੇ ਕੀ ਹੁੰਦਾ ਹੈ, ਰਾਜਾ। ਕਹਿੰਦੇ ਇਵੇਂ ਤੁਹਾਡੀ ਸੋਭਾ ਹੈ, ਸਾਰੇ ਇੱਥੇ ਸੇਵਾ ਕਰ ਰਹੇ ਨੇ, ਸਾਰੇ ਇੱਥੇ ਏਕ ਮਨ ਇਕਾਗਰ ਹੋ ਕੇ ਇੱਥੇ ਸੇਵਾ ਨਿਭਾ ਰਹੇ ਨੇ, ਪਰ ਇਹਦੀ ਦੇਖ ਰੇਖ ਤੁਸੀਂ ਕਰ ਰਹੇ ਹੋ, ਮਹਾਰਾਜਿਆਂ ਦੀ ਤਰ੍ਹਾਂ ਤੁਸੀਂ ਇੱਥੇ ਸ਼ੋਭਾ ਪਾ ਰਹੇ ਹੋ। ਤੁਹੀ ਸਰਬ ਕੇ ਸੀਸ ਪੇ ਏਕ ਸਾਜੈ, ਕਿ ਤੁਸੀਂ ਹੀ ਸਾਰਿਆਂ ਦੇ ਸਿਰ ਦੇ ਉੱਤੇ ਭਾਵ ਜਿਵੇਂ ਇੱਕ ਰਾਜੇ ਦੇ ਸਿਰ ਤੇ ਕਹਿੰਦੇ ਨੇ ਕਿ ਉਹਦਾ ਤਾਜ ਜਿਹੜਾ ਉਹ ਸ਼ੋਭ ਰਿਹਾ ਹੁੰਦਾ ਹੈ ਨਾ, ਉਸੇ ਤਰ੍ਹਾਂ ਕਹਿੰਦੇ ਨੇ ਕਿ ਤੁਹਾਡਾ ਪ੍ਰਤਾਪ ਜਿਹੜਾ ਏ, ਤੁਹਾਡਾ ਬਲ ਜਿਹੜਾ ਏ, ਤੁਹਾਡੀ ਉਪਮਾ ਜਿਹੜੀ ਹੈ, ਇਹ ਸਾਰੇ ਕਰ ਰਹੇ ਨੇ। ਘਨਾ ਆਨੰਦ ਗਿਆਨੰ ਮਕੰਦੇ ਨਾ ਕੋਈ, ਕਲੀ ਦੇਹ ਧਾਰਿਓ ਕਲਾ ਸਰਬ ਗੋਈ। ਇਸ ਕਰਕੇ ਤੁਸੀਂ ਏਕ ਰਸ ਹੋ ਕੇ ਗਿਆਨ ਦੇਣ ਵਾਲੇ ਹੋ, ਭਾਵ ਇਸ ਕਲਯੁਗ ਦੇ ਵਿੱਚ ਕਲੀ ਦੇਹ ਧਾਰਿਓ ਕਲਾ ਸਰਬ ਗੋਈ। ਕਲੀ ਦਾ ਅਰਥ ਹੈ ਕਲਯੁਗ, ਕਹਿੰਦੇ ਕਲਯੁਗ ਦੇ ਵਿੱਚ ਤੁਸੀਂ ਦੇਹ ਧਾਰਨ ਕੀਤੀ ਹੈ, ਆਪਣੇ ਅੰਦਰ ਸਾਰੇ ਕਲਾ ਨੂੰ ਛੁਪਾ ਕੇ, ਆਪਣੇ ਅੰਦਰ ਆਪਣੇ ਆਪ ਨੂੰ ਛੁਪਾ ਕੇ ਕਹਿੰਦੇ ਨੇ ਭਾਵ ਇਹ ਸਾਰੇ ਜਗਤ ਦੀ ਤੁਸੀਂ ਪਰਵਰਿਸ਼ ਕਰ ਰਹੇ ਹੋ। ਗੁਰੂ ਰੂਪ ਹੋਏ ਤ੍ਰਿਤੀ ਥਾਨ ਸੋ ਹੈ, ਅਸੰਖੈ ਉਧਾਰੈ ਬਨੈ ਦਾਸ ਜੋ ਹੈ। ਹੁਣ ਇੱਥੇ ਮਾਈ ਦਾਸ ਕਹਿ ਰਿਹਾ ਗੁਰੂ ਰੂਪ ਹੋਏ ਤ੍ਰਿਤੀ ਥਾਨ ਸੋ ਹੈ। ਤ੍ਰਿਤੀ ਦਾ ਅਰਥ ਹੈ ਤੀਜੇ ਰੂਪ ਦੇ ਵਿੱਚ, ਭਾਵ ਤੀਜੇ ਸਰੂਪ ਦੇ ਵਿੱਚ, ਤੀਜੇ ਨੰਬਰ ਤੇ ਕਹਿ ਲਓ ਸੁਖੈਨ ਤਰੀਕੇ ਦੇ ਨਾਲ। ਕਹਿੰਦੇ ਤੀਜੇ ਨੰਬਰ ਤੇ ਤੁਸੀਂ ਗੁਰੂ ਦਾ ਰੂਪ ਹੋ ਕੇ, ਭਾਵ ਤੁਹਾਨੂੰ ਇਹ ਗੁਰਿਆਈ ਮਿਲੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਉਹ ਤੋਂ ਬਾਅਦ ਧੰਨ ਗੁਰੂ ਅਮਰਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਹ ਕਹਿ ਰਿਹਾ ਤੀਜੇ ਸਥਾਨ ਤੇ ਤੁਸੀਂ, ਥਾਨ ਸੋ ਹੈ, ਤੁਹਾਡਾ ਇਹ ਸਥਾਨ ਸ਼ੋਭਨੀਕ ਹੈ, ਸ਼ੋਭਾ ਪਾ ਰਿਹਾ ਹੈ। ਅਸੰਖੈ ਉਧਾਰ ਹੈ, ਅਸੰਖ ਲੋਕ ਭਾਵ ਕਿ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ, ਅਸੰਖ ਹੀ ਐਸੇ ਨੇ ਜਿਨ੍ਹਾਂ ਨੂੰ ਤੁਸੀਂ ਉਧਾਰ ਕਰ ਦਿੱਤਾ, ਜਿਨ੍ਹਾਂ ਲੋਕਾਂ ਦਾ ਤਾਰ ਦਿੱਤੇ ਨੇ। ਹੋਰ ਪਤਾ ਨਹੀਂ ਆਉਣ ਵਾਲੇ ਕਿੰਨੇ ਹੋਣਗੇ, ਉਹਨਾਂ ਨੂੰ ਵੀ ਤੁਸੀਂ ਤਾਰ ਦੇਣਾ ਹੈ। ਬਨੈ ਦਾਸ ਜੋ ਹੈ, ਪਰ ਹਾਂ ਤੁਸੀਂ ਉਹਦੇ ਤੇ ਕਿਰਪਾ ਕਰਦੇ ਹੋ ਜੋ ਨਿਮਰਤਾ ਧਾਰ ਕੇ ਤੁਹਾਡਾ ਦਾਸ ਬਣ ਕੇ ਤੁਹਾਡੇ ਪਾਸ ਆਉਂਦਾ ਹੈ। ਨਈ ਰੀਤ ਸਿੱਖੀ ਬਿਥਾਰੀ ਉਦਾਰੀ, ਲਈ ਧਾਰ ਜਹੀ ਭਏ ਦੁਖ ਹਾਰੇ। ਕਹਿੰਦੇ ਆਪ ਜੀ ਨੇ ਸਿੱਖੀ ਦੀ ਨਵੀਂ ਜਿਹੜੀ ਹੈ, ਨਵੀਂ ਸ੍ਰੇਸ਼ਟ ਮੱਤ ਜਿਹੜੀ ਹੈ ਉਹ ਧਾਰਨ ਕੀਤੀ, ਫੈਲਾਈ ਹੈ। ਹਜ਼ੂਰ ਜੀ ਨੇ ਨਵਾਂ ਕਾਰਜ ਕੀ ਕੀਤਾ ਸੀ, ਭਾਵ ਇਸ ਸਿੱਖੀ ਦੇ ਲਾਏ ਹੋਏ ਬੂਟੇ ਦੇ ਵਿੱਚ ਇਹ ਹੋਰ ਵਾਅਦਾ ਕੀਤਾ ਸੀ ਪੰਗਤ ਤੇ ਸੰਗਤ ਦਾ। ਇਹ ਤਾਂ ਕਹਿ ਰਿਹਾ ਹੈ ਕਿ ਇੱਕ ਤੁਸੀਂ ਨਵੀਂ ਰੀਤ ਜਿਹੜੀ ਉਹ ਚਲਾ ਦਿੱਤੀ, ਭਾਵੇਂ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਜਾਤ ਪਾਤ, ਊਚ ਨੀਚ, ਛੂਤ ਛਾਤ ਦੇ ਇਹ ਭੇਦ ਤੋਂ ਸਿੱਖ ਨੂੰ ਕਿਹਾ ਸੀ ਕਿ ਤੂੰ ਬਚ ਕੇ ਰਹਿਣਾ, ਭਾਵ ਜੇ ਕੋਈ ਗਰੀਬ ਹੈ ਉਹਦੇ ਨਾਲ ਵੀ ਤੂੰ ਪਿਆਰ ਰੱਖਣਾ ਹੈ, ਉਹਦੇ ਨਾਲ ਵੀ ਸਨੇਹ ਰੱਖਣਾ ਹੈ। ਅਮੀਰ ਹੈ ਉਹ ਤੇਰੇ ਪਾਸ ਚੱਲ ਕੇ ਆਉਂਦਾ ਹੈ ਤੇ ਉਹਦੇ ਨਾਲ ਵੀ ਓਨਾ ਹੀ ਪਿਆਰ ਤੇ ਸਨੇਹ ਰੱਖੀ, ਜਿੰਨਾ ਤੂੰ ਅਮੀਰ ਦੇ ਨਾਲ ਰੱਖਦਾ ਓਨਾ ਹੀ ਗਰੀਬ ਦੇ ਨਾਲ ਰੱਖੀ। ਜਿੰਨਾ ਉੱਚੀ ਜਾਤ ਦੇ ਨਾਲ ਰੱਖਦਾ ਹੈ ਓਨਾ ਨੀਵੀਂ ਜਾਤ ਦੇ ਨਾਲ ਹੀ ਰੱਖੀ। ਇਸ ਕਰਕੇ ਕਹਿੰਦੇ ਨੇ ਕਿ ਲਈ ਧਾਰ ਯਾਹੀ ਭਏ ਦੁਖ ਪਾਰੀ, ਜਿਹਨੇ ਇਸ ਰੀਤ ਨੂੰ ਧਾਰਨ ਕਰ ਲਿਆ ਹੈ ਉਹਦੇ ਸਾਰੇ ਸਰੀਰਕ ਦੁੱਖ, ਮਾਨਸਿਕ ਦੁੱਖ ਉਹ ਹਰੇ ਜਾਂਦੇ ਨੇ। ਹਰੇ ਤੋਂ ਭਾਵ ਕਿ ਦੂਰ ਹੋ ਜਾਂਦੇ ਨੇ। ਸਦਾ ਜੈ ਸਦਾ ਜੈ
ਸਦਾ ਜੈ ਗੁਸਾਈ, ਮਾਇਆ ਕੀਨ ਮੋਹ ਪੈ ਸੋ ਲੀਨੋ ਬਚਾਈ। ਸੱਚੇ ਪਾਤਸ਼ਾਹ ਜੀ, ਤੁਹਾਡੀ ਸ਼ੋਭਾ ਇਸੇ ਤਰ੍ਹਾਂ ਵੱਧਦੀ ਰਵੇ, ਤੁਹਾਡੀ ਵਡਿਆਈ ਇਸੇ ਤਰ੍ਹਾਂ ਹੁੰਦੀ ਰਵੇ। ਤੁਸੀਂ ਧੰਨ ਹੋ, ਹਮੇਸ਼ਾ ਹੀ ਤੁਹਾਡੀ ਜੈ ਹੋਵੇ। ਜੈ ਤੋਂ ਭਾਵ ਹਮੇਸ਼ਾ ਹੀ ਤੁਹਾਡੇ ਇਸੇ ਤਰ੍ਹਾਂ ਗੁਣ ਗਾਏ ਜਾਣ। ਮਾਇਆ ਕੀਨ ਮੋਹ ਪਰ, ਮੇਰੇ ਤੇ ਵੀ ਮਾਇਆ ਕਰੋ, ਮੇਰੇ ਤੇ ਵੀ ਕਿਰਪਾ ਕਰੋ। ਸੋ ਲੀਨੋ ਬਚਾਈ, ਮੈਨੂੰ ਇਸ ਸੜ ਰਹੇ ਕਲਯੁਗ ਦੇ ਵਿੱਚੋਂ ਬਚਾਉਣਾ ਕਰੋ। ਗੋਬਿੰਦੇ ਮੁਕੰਦੇ ਆਨੰਦੇ ਅਨੂਪੇ, ਨਮਸਤੰ ਨਮਸਤੰ ਸਮਸਤੰ ਸਰੂਪੇ। ਹੇ ਪ੍ਰਭੂ ਮੁਕਤੀ ਦੇ ਦਾਤੇ, ਆਨੰਦ ਦੇ ਸੁਆਮੀ, ਆਨੰਦ ਦੇ ਕਰਨਹਾਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਅਨੂਪੇ ਭਾਵ ਕਿ ਤੁਹਾਡੀ ਸ਼ੋਭਾ ਜਿਹੜੀ ਹੈ ਉਹ ਬੇਮਿਸਾਲ ਸਰੂਪ ਵਾਲੇ ਹੋ ਤੁਸੀਂ। ਇਸ ਕਰਕੇ ਮੇਰਾ ਤੁਹਾਨੂੰ ਨਮਸਤੰ ਨਮਸਤੰ ਸਮਸਤੰ ਸਰੂਪੇ, ਇਹ 2 ਵਾਰ ਇਹਨੇ ਨਮਸਤੰ ਨਮਸਤੰ ਆਖਿਆ ਕਿ ਮੇਰਾ ਤੁਹਾਨੂੰ ਨਮਸਕਾਰ ਹੈ, ਤੁਹਾਡੇ ਚਰਨਾਂ ਦੇ ਵਿੱਚ ਮੇਰਾ ਸੀਸ ਹੈ, ਇਸ ਸੀਸ ਦੇ ਨਾਲ ਨਮਸਕਾਰ ਹੈ ਤੁਹਾਨੂੰ ਦੋਹਰਾ। ਇਸ ਪ੍ਰਕਾਰ ਉਸਤਤ ਕਰੀ ਹਰ ਖਤਮਾਈ ਦਾਸ, ਭਇਓ ਨਿਹਾਲ ਬਿਸਾਲਹੀ ਪੂਰਨ ਪ੍ਰੇਮ ਪ੍ਰਕਾਸ਼। ਇਸ ਤਰ੍ਹਾਂ ਇਹ ਵੈਸ਼ਨੋ ਮਾਈ ਦਾਸ ਜੋ ਕ੍ਰਿਸ਼ਨ ਦੀ ਆਰਾਧਨਾ ਕਰਦਾ ਸੀ, ਕਹਿੰਦੇ ਮਹਾਰਾਜ ਜੀਆਂ ਨੇ ਅੱਜ ਉਪਮਾ ਕਰ ਰਿਹਾ। ਜਦੋਂ ਪਤਾ ਲੱਗਾ ਧੰਨ ਗੁਰੂ ਅਮਰਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਬਾਰੇ ਸ਼ੋਭਾ ਕਰ ਰਿਹਾ ਹੈ, ਕਹਿੰਦੇ ਇਸ ਪ੍ਰਕਾਰ ਉਸਤਤ ਕਰੀ, ਐਵੇਂ ਇਹਨੇ ਉਸਤਤ ਕੀਤੀ ਹੈ। ਹਰ ਖਤਮਾਈ ਦਾਸ ਖੁਸ਼ ਹੋਇਆ ਕਿ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪਾਸ ਬੈਠਣ ਦਾ ਸਮਾਂ ਮਿਲਿਆ ਏ। ਭਇਓ ਨਿਹਾਲ ਵਿਸਾਲ, ਕਹਿੰਦੇ ਬਹੁਤ ਨਿਹਾਲ ਹੋਇਆ, ਬੜਾ ਪ੍ਰਸੰਨ ਹੋਇਆ ਹੈ। ਪੂਰਨ ਪ੍ਰੇਮ ਪ੍ਰਕਾਸ਼ ਇਹਦੇ ਹਿਰਦੇ ਦੇ ਵਿੱਚ, ਮਨ ਦੇ ਵਿੱਚ ਕਹਿੰਦੇ ਇਹਦੇ ਪ੍ਰਕਾਸ਼ ਹੋਇਆ, ਭਾਵ ਕਿ ਗਿਆਨ ਦਾ ਪ੍ਰਕਾਸ਼ ਹੋਇਆ। ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਬਤ ਇਹ ਸ਼ੋਭਾ ਕਰ ਰਿਹਾ। ਚਉਪਈ ਹੇ ਪ੍ਰਭ ਜੇ ਪ੍ਰਸੰਨ ਮੁਝ ਪਰ ਹੋ, ਰਾਖੋ ਚਰਨ ਕਮਲ ਰਜ ਕਰਹੁ। ਕਹਿੰਦਾ ਕਿ ਹੇ ਮੁਕਤੀ ਦੇ ਦਾਤੇ, ਦਇਆ ਦੇ ਸੁਆਮੀ, ਦੀਨਾਂ ਤੇ ਕਿਰਪਾ ਕਰਨ ਵਾਲੇ, ਜੇ ਤੁਸੀਂ ਮੇਰੇ ਤੇ ਪ੍ਰਸੰਨ ਹੋਏ ਹੋ, ਮੇਰੇ ਤੇ ਖੁਸ਼ ਹੋਏ ਹੋ, ਰਾਖੋ ਚਰਨ ਕਮਲ ਰਜ ਕਰਹੁ। ਮੈਨੂੰ ਆਪਣੇ ਚਰਨਾਂ ਦੇ ਵਿੱਚ, ਮੈਨੂੰ ਆਪਣੇ ਇਸ ਪਾਵਨ ਅਸਥਾਨ ਤੇ ਇੱਥੇ ਹੀ ਰੱਖਣਾ ਕਰੋ। ਨਿਤ ਦਰਸ਼ਨ ਮੋ ਤੁਮਰੋ ਪਾਉ, ਜਨਮ ਜਨਮ ਕੋ ਭਰਮ ਮਿਟਾਉ। ਇਹ ਕਹਿ ਰਿਹਾ ਕਿ ਦਿਨ ਪ੍ਰਤੀ ਦਿਨ ਨਿਤ ਹੀ ਜਿੰਨੇ ਸਵਾਸ ਮੇਰੇ ਵਿੱਚ ਲਿਖੇ ਨੇ, ਜਿੰਨੇ ਦਿਨ ਮੈਨੂੰ ਇਹ ਬਖਸ਼ੇ ਨੇ, ਉਹਨੇ ਦਿਨ ਕਹਿੰਦੇ ਆਏ ਨਿਤ ਦਰਸ਼ਨ ਮੈਂ ਤੁਮਰੋ ਪਾਉ। ਮੈਂ ਨਿਤ ਹੀ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹਾਂ, ਹਰ ਰੋਜ਼ ਮੈਂ ਤੁਹਾਨੂੰ ਤੱਕਣਾ ਚਾਹੁੰਦਾ ਹਾਂ। ਇਸ ਕਰਕੇ ਮੈਂ ਇਸ ਜਨਮ ਦੇ ਵਿੱਚ ਇਹ ਮਿਲੇ ਹੋਏ ਸਰੀਰ ਜਿੰਨਾ ਸਮਾਂ ਬਾਕੀ ਰਹਿ ਗਿਆ ਏ, ਜਨਮ ਜਨਮ ਕੋ ਭਰਮ ਮਿਟਾਉ। ਇਸ ਜਨਮ ਦੇ ਵਿੱਚ ਭਾਵ ਕਿ ਜਿਹੜੇ ਮੈਂ ਭਰਮਾਂ ਵਿੱਚ ਪੈ ਗਿਆ ਸਾਂ, ਭੁਲੇਖਿਆਂ ਦੇ ਵਿੱਚ ਪੈ ਗਿਆ ਸਾਂ, ਕਰਮ ਕਾਂਡਾਂ ਦੇ ਵਿੱਚ ਪੈ ਗਿਆ ਸਾਂ, ਤੁਹਾਡੀ ਸਿੱਖਿਆ ਦੇ ਦੁਆਰਾ ਇਹਨਾਂ ਕਰਮ ਕਾਂਡਾਂ ਨੂੰ ਮੈਂ ਮਾਰਨਾ ਚਾਹੁੰਦਾ ਹਾਂ। ਇਸ ਤਰ੍ਹਾਂ ਦੀਆਂ ਇਹ ਬੇਨਤੀਆਂ ਮਾਈ ਦਾਸ ਕਰ ਰਿਹਾ। ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਜਿਵੇਂ ਮਾਈ ਦਾਸ ਮਹਾਰਾਜ ਜੀਆਂ ਨੇ ਅੱਗੇ ਬੇਨਤੀਆਂ ਕਰਦਾ ਹੈ, ਜਨਮ ਜਨਮ ਕੇ ਭਰਮ ਮਿਟਾਵੋ ਕਿ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਗੁਰੂ ਸਾਹਿਬ ਜੀ ਮੇਰੇ ਤੇ ਕਿਰਪਾ ਕਰੋ। ਇਸੇ ਤਰ੍ਹਾਂ ਆਪਾਂ ਵੀ ਬੇਨਤੀ ਕਰਿਆ ਕਰੀਏ ਤਾਂ ਜੋ ਲੋਕ ਸੁਖੀ ਪਰਲੋਕ ਸੁਹੇਲਾ ਹੋ ਸਕੇ। ਰਹਿੰਦੇ ਹੋਏ ਪ੍ਰਸੰਗ ਦੀ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ। ਸਭਨਾਂ ਦੇ ਸਿਰ ਉੱਤੇ ਮਾਲਕ ਜੀ ਮਿਹਰ ਭਰਿਆ ਹੱਥ ਰੱਖਣ ਵਿਚਾਰ ਕਰਦੇ ਆ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗ। ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।